ਬਲਿਹਾਰੀ ਗੁਰ ਆਪਣੇ ਤਿਉਹਾੜੀ ਸਦਵਾਰ। ਜਿਨੋ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਜਿਨੋ ਮਾਨਸ ਤੇ ਦੇਵਤੇ ਕੀਏ, ਕਰਤ ਨਾ ਲਾਗੀ ਵਾਰ। ਧੰਨ ਵਾਹਿਗੁਰੂ ਜੀ ਆਸਾ, ਤੁਮ ਚੰਦਨ ਹਮ ਏਰੰਡ ਬਾਪੁਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਪਏ ਹੈ, ਗੰਧ ਸੁਗੰਧ ਨਿਵਾਸਾ। ਤੁਮ ਚੰਦਨ ਹਮ ਏਰੰਡ ਬਾਪੁਰੇ, ਸੰਗ ਤੁਮਾਰੇ ਬਾਸਾ। ਨੀਚ ਰੂਖ ਤੇ ਊਚ ਭਏ ਹੈ, ਗੰਧ ਸੁਗੰਧ ਨਿਵਾਸਾ। ਮਾਧੋ ਸਤ ਸੰਗਤ ਸ਼ਰਨ ਤੁਮਾਰੀ, ਹਮ ਔਗਨ ਤੁਮ ਉਪਕਾਰੀ ਰਹਾਉ। ਤੁਮ ਮਖਤੂਲ ਸੁਪੇਦ ਸਪੀਅਲ, ਹਮ ਬਪੁਰੇ ਜਸ ਕੀਰਾ। ਸਤ ਸੰਗਤ ਮਿਲ ਰਹੀਐ ਮਾਧੋ, ਜੈਸੇ ਮਧੁਪ ਮਖੀਰਾ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚਮਾਰਾ। ਜਾਤੀ ਓਛਾ ਪਾਤੀ ਓਛਾ, ਓਛਾ ਜਨਮ ਹਮਾਰਾ। ਰਾਜਾ ਰਾਮ ਕੀ ਸੇਵ ਨ ਕੀਨੀ, ਕਹਿ ਰਵਿਦਾਸ ਚਮਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਬੜੇ ਪ੍ਰੇਮ ਸਤਿਕਾਰ ਨਾਲ ਆਪ ਜੀ ਨੇ ਸਤਿਗੁਰੂ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ, ਗੁਰੂ ਮਹਾਰਾਜ ਦੇ ਪਾਵਨ ਉਪਦੇਸ਼ ਨੂੰ ਗੁਰੂ ਸਵਾਰਿਆਂ ਪਾਸੋਂ ਆਪ ਜੀ ਨੇ ਸ਼ਰਵਣ ਕੀਤਾ ਹੈ। ਸਤਿਗੁਰੂ ਦੀ ਮਿਹਰ ਦੇ ਪਾਤਰ ਬਣ ਕੇ ਆਪਾਂ ਜੋ ਯਤਨ ਕਰ ਰਹੇ ਹਾਂ, ਭਗਤ ਰਵਿਦਾਸ ਸਾਹਿਬ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਵੱਖ-ਵੱਖ ਰਾਗਾਂ ਦੇ ਵਿੱਚ
ਤਕਰੀਬਨ 16 ਰਾਗਾਂ ਦੇ ਵਿੱਚ ਜੋ 40 ਸ਼ਬਦ ਭਗਤ ਜੀ ਦੇ ਦਰਜ ਹਨ, ਉਹਨਾਂ ਨੂੰ ਆਪਾਂ ਲੜੀਵਾਰ ਵਿਚਾਰਨ ਦਾ ਯਤਨ ਕਰ ਰਹੇ ਹਾਂ। ਆਪ ਜੀ ਨੇ ਜਿਸ ਸ਼ਬਦ ਦਾ ਪਾਠ ਸ਼ਰਵਣ ਕੀਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 486 ਉੱਪਰ ਰਾਗ ਆਸਾ ਦੇ ਵਿੱਚ ਲੜੀ ਨੰਬਰ ਦੇ ਵਿੱਚ ਇਹ ਤੀਜਾ ਸ਼ਬਦ ਹੈ। ਕੁੱਲ 6 ਸ਼ਬਦ ਰਾਗ ਆਸਾ ਦੇ ਵਿੱਚ ਬਾਬਾ ਰਵਿਦਾਸ ਸਾਹਿਬ ਮਹਾਰਾਜ ਜੀ ਦੇ ਦਰਜ ਨੇ। ਇਸ ਮੁਬਾਰਕ ਸ਼ਬਦ ਦੇ ਵਿੱਚ ਸਤ ਸੰਗਤ ਦੀ ਮਹਿਮਾ ਦਾ ਜ਼ਿਕਰ ਕੀਤਾ ਗਿਆ ਹੈ। ਸਤ ਸੰਗਤ ਤੋਂ ਭਾਵ ਹੈ ਜਿਸ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਕੀਤੀ ਗਈ ਹੈ। ਡੈਫੀਨੇਸ਼ਨ ਜੋ ਸੰਕਲਪ ਹੈ ਸਤ ਸੰਗਤ ਦਾ, ਸਤਿਗੁਰੂ ਜੀ ਨੇ ਬਿਆਨ ਕੀਤਾ ਹੈ। ਸਤ ਸੰਗਤ ਕੈਸੀ ਜਾਣੀਐ, ਜਿਥੈ ਏਕੋ ਨਾਮ ਵਖਾਣੀਐ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਉ। ਜਿੱਥੇ ਸੱਚੇ ਗੁਰੂ ਭਾਵ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਵਿਚਾਰਿਆ ਜਾਏ ਤੇ ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਵਿਚਾਰਨ ਦੀ ਸੇਧ ਇਹ ਹੋਵੇ ਕਿ ਉੱਥੇ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ, ਪਰਮੇਸ਼ਰ ਦੇ ਨਾਮ ਦੀ ਵਡਿਆਈ ਹੋਵੇ, ਜਿਹੜੀ ਸਾਡੇ ਅੰਦਰ ਨੂੰ, ਸਾਡੀ ਸੁਰਤ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕ ਸੁਰ ਕਰੇ, ਉਹਦੇ ਹੁਕਮ ਦੇ ਵਿੱਚ ਜੀਣਾ ਸਿਖਾਏ, ਉਹਦੇ ਭਾਣੇ ਵਿੱਚ ਰਾਜ਼ੀ ਰਹਿਣਾ ਸਿਖਾਏ। ਜਿਹੜੀ ਸਤ ਸੰਗਤ ਸਾਡੇ ਜੀਵਨ ਦੀ ਘਾੜਤ ਐਸੀ ਘੜੇ ਕਿ ਅਸੀਂ ਹੁਕਮੀ ਬੰਦੇ ਬਣ ਸਕੀਏ ਤੇ ਇਸ ਪੱਖ ਨੂੰ ਸਮਝ ਸਕੀਏ। ਕਹੋ ਨਾਨਕ ਜਿਨ ਹੁਕਮ ਪਛਾਤਾ, ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ। ਇਹ ਜਿਹੜਾ ਸੰਕਲਪ ਹੈ ਸਤ ਸੰਗਤ ਦਾ ਸੰਕਲਪ ਹੈ। ਤੇ ਸਤਿਗੁਰੂ ਮਹਾਰਾਜ ਨੇ ਹਰ ਇੱਕ ਹੀ ਪ੍ਰਾਣੀ ਨੂੰ ਇਹ ਪ੍ਰੇਰਣਾ ਕੀਤੀ ਹੈ ਵੀ ਉਸਨੇ ਸਤ ਸੰਗੀ ਬਣਨਾ ਹੈ। ਇਸ ਲਈ ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕਰਕੇ ਜਿਹੜੀ ਪਹਿਲੀ ਸੰਸਥਾ ਹੋਂਦ ਵਿੱਚ ਲਿਆਂਦੀ ਹੈ ਉਹ ਸੰਗਤ, ਜਿੱਥੇ ਹਰ ਮਾਈ ਭਾਈ ਇੱਕ ਆਪਸ ਵਿੱਚ ਬੈਠ ਕੇ, ਹੁਣ ਵੇਖੋ ਇਹਦੇ ਕੁਝ ਸਮਾਜਿਕ ਪੱਖ ਨੇ, ਇਹਦੇ ਕੁਝ ਫਿਲਾਸਫੀਕਲ ਪੱਖ ਨੇ, ਇਹਦੇ ਕੁਝ ਅਧਿਆਤਮਿਕ ਪੱਖ ਨੇ। ਸਤ ਸੰਗਤ ਜਿਹੜੀ ਇੱਕ ਸੰਗਤ ਜਿਹੜੀ ਸੰਸਥਾ ਮਹਾਰਾਜ ਨੇ ਸੰਗਤਾਂ ਕਾਇਮ ਕੀਤੀਆਂ, ਇਹਨਾਂ ਦੇ ਵਿੱਚ ਇੱਕ ਬੜਾ ਵੱਡਾ ਤੱਤ ਭਾਵ ਹੈ। ਇਹ ਸੰਗਤ ਹੀ ਇਉਂ ਕਹਿ ਲਓ ਵੀ ਸਿੱਖੀ ਦੀ ਬੇਸਿਕ ਸੰਸਥਾ ਹੈ। ਬਾਕੀ ਸਾਰੀਆਂ ਸੰਸਥਾਵਾਂ ਇਹਦੇ ਵਿੱਚੋਂ ਹੀ ਪੈਦਾ ਹੋਈਆਂ। ਜਿਵੇਂ ਅਸੀਂ ਭਗਤ ਸਾਹਿਬਾਨਾਂ ਦੀ ਬਾਣੀ ਚੋਂ ਇੱਕ ਹਵਾਲਾ ਲੈਂਦੇ ਹਾਂ, ਬਾਬਾ ਕਬੀਰ ਸਾਹਿਬ ਜੀ ਦਾ ਜ਼ਿਕਰ ਆਉਂਦਾ ਹੈ, ਭਗਤ ਧੰਨਾ ਜੀ ਦਾ ਜ਼ਿਕਰ ਆਉਂਦਾ ਹੈ, ਈਵਨ ਆਪਾਂ ਇਹ ਜਿਹੜਾ ਸ਼ਬਦ ਪੜ੍ਹ ਰਹੇ ਹਾਂ ਬਾਬਾ ਰਵਿਦਾਸ ਸਾਹਿਬ ਮਹਾਰਾਜ ਦਾ ਜ਼ਿਕਰ ਆਉਂਦਾ। ਸਭਨਾਂ ਨੇ ਸਤ ਸੰਗਤ ਦੀ ਮਹਿਮਾ ਦਾ ਵਿਖਿਆਨ ਕੀਤਾ। ਬਾਬਾ ਕਬੀਰ ਸਾਹਿਬ ਇੱਥੋਂ ਤੱਕ ਆਖਦੇ ਨੇ ਵੀ ਕਈ ਵਾਰ ਨਾ, ਕਿਉਂਕਿ ਪਰਿਵਾਰਕ ਮਾਹੌਲ ਹੁੰਦਾ ਹੈ, ਆਲੇ ਦੁਆਲੇ ਦੀ ਥੋੜ੍ਹੀ ਜਿਹੀ ਪ੍ਰਭਾਵ ਪਰਿਵਾਰ ਦੇ ਜੀਆਂ ਦੇ ਉੱਤੇ ਪੈਣਾ ਸੁਭਾਵਿਕ ਵੀ ਹੋ ਜਾਂਦਾ। ਮੂੰਡ ਪਲੋਸ ਕਮਰ ਬੰਦ ਪੋਥੀ, ਹਮ ਕੋ ਚਾਬਨ ਉਨ ਕੋ ਰੋਟੀ। ਸਤ ਸੰਗੀ ਆਉਂਦੇ ਸਨ, ਉਹਨਾਂ ਨਾਲ ਬੈਠ ਕੇ ਬੜੀਆਂ ਗਹਿਨ ਵਿਚਾਰਾਂ ਹੁੰਦੀਆਂ। ਬੜੇ ਵਿਵੇਕੀ ਪੁਰਖ ਹੋਣਗੇ ਜਿਹੜੇ ਬਾਬਾ ਕਬੀਰ ਸਾਹਿਬ ਨਾਲ ਬੈਠ ਕੇ ਸੰਵਾਦ ਕਰਦੇ ਹੋਣਗੇ, ਵਿਚਾਰ ਕਰਦੇ ਹੋਣਗੇ, ਪਰਮੇਸ਼ਰ ਦੀ ਗੱਲ ਹੁੰਦੀ ਹੋਏਗੀ, ਆਤਮਿਕ ਵਿਵੇਕ ਦੀ ਗੱਲ ਹੁੰਦੀ ਹੋਏਗੀ। ਉਹ ਸਤ ਸੰਗਤ ਨੇ ਘਾੜਤ ਘੜੀ ਵੀ ਜਿਹੜੇ ਇੱਕ ਸਤ ਸੰਗਤ, ਇੱਕ ਰੱਬੀ ਮਜਲਿਸ ਪੈਦਾ ਹੋਈ ਜਿੱਥੇ ਬਾਬਾ ਕਬੀਰ ਸਾਹਿਬ ਜੀ ਨੇ ਆਪਣੇ ਵਿਚਾਰਾਂ ਦਾ ਪ੍ਰਗਟਾ ਕੀਤਾ। ਫਿਰ ਉਹਨਾਂ ਦੇ ਮਨ ਵਿੱਚ ਖਿਆਲ ਆਇਆ ਵੀ ਇਹ ਵਿਚਾਰ ਮੈਨੂੰ ਲਿਖਣੇ ਚਾਹੀਦੇ ਨੇ। ਉਹਨਾਂ ਨੇ ਆਪਣੀ ਬਾਣੀ ਲਿਖੀ, ਉਹ ਬਾਣੀ ਸਾਂਭੀ ਗਈ। ਗੁਰੂ ਨਾਨਕ ਮਹਾਰਾਜ ਨੇ ਉਸ ਬਾਣੀ ਨੂੰ ਆਪਣੀ ਬਾਣੀ ਨਾਲ ਦਰਜ ਕੀਤਾ। ਇਸੇ ਤਰ੍ਹਾਂ ਹੀ ਇਸੇ ਸਤ ਸੰਗਤ ਵਿੱਚ ਹੀ ਬਾਬਾ ਰਵਿਦਾਸ ਸਾਹਿਬ ਜੀ ਨੇ ਆਪਣੀ ਬਾਣੀ ਦਾ ਪ੍ਰਗਟਾਓ ਕੀਤਾ ਤੇ ਉਹ ਬਾਣੀ ਜਿਹੜੀ ਸੀ ਲਿਖਤ ਰੂਪ ਵਿੱਚ ਸਾਂਭੀ ਗਈ। ਸਾਰੇ ਮਹਾਂਪੁਰਖਾਂ ਨੇ ਇਸੇ ਤਰ੍ਹਾਂ ਹੀ ਕੀਤਾ। ਜਿੱਥੇ ਉਹਨਾਂ ਨੇ ਆਪਣਾ ਅਨੁਭਵ, ਆਪਣਾ ਗਿਆਨ, ਆਪਣਾ ਵਿਚਾਰ ਦੂਜੇ ਨਾਲ ਸਾਂਝਾ ਕੀਤਾ, ਉਹ ਸਤ ਸੰਗਤ ਦੀ ਥਾਂ ਹੀ ਸੀ, ਜਿੱਥੇ ਉਹਨਾਂ ਦੇ ਵਿਚਾਰਾਂ ਨੂੰ ਸਮਝਣ ਵਾਲੇ, ਵਿਚਾਰਨ ਵਾਲੇ, ਸੁਣਨ ਵਾਲੇ, ਅਪਣਾਉਣ ਵਾਲੇ ਉਹਨਾਂ ਦੇ ਨੇੜੇ ਆ ਕੇ ਢੁੱਕ ਕੇ ਬੈਠਦੇ।
पर ये संगतां बड़ियां सीमित दायरे विच हुंदियां सन। चंद मनुख जिहड़े सन, जिहड़े समझदे सन भी कबीर साहब की ने, जिहड़े समझदे सन बाबा रविदास साहब की ने, जिहड़े समझदे सन भगत धन्ना जी की ने, ਉਹੀ ਉਹਨਾਂ ਦੇ ਨੇੜੇ ਨੇੜੇ ਢੋਕੇ ਬਹਿੰਦੇ ਸਨ। ਕਿਉਂਕਿ ਜਾਤ ਪਾਤ ਦੇ ਬੰਧਨ ਵੀ ਬੜੇ ਪੀੜੇ ਸਨ। ਸਮੇਂ ਦੀ ਧਾਰਮਿਕ, ਰਾਜਨੀਤਿਕ ਔਰ ਸਮਾਜਿਕ ਇਜਾਰੇਦਾਰੀ ਜਿਨ੍ਹਾਂ ਲੋਕਾਂ ਦੀ ਕਾਇਮ ਸੀ, ਪ੍ਰਭਾਵ ਸੀ ਜਿਨ੍ਹਾਂ ਦਾ, ਉਹਨਾਂ ਨਾਲ ਉਲਝਣਾ ਬੜਾ ਔਖਾ ਸੀ। ਫਿਰ ਵੀ ਬੜਾ ਵੱਡਾ ਮਹਾਨ ਕਾਰਜ ਉਹਨਾਂ ਨੇ ਕੀਤਾ। ਗੁਰੂ ਨਾਨਕ ਮਹਾਰਾਜ ਨੇ ਕਿਰਪਾ ਕੀਤੀ, ਜਿਹੜੀ ਸਭ ਤੋਂ ਅਹਿਮ ਸੰਸਥਾ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਘੜੀ, ਉਹ ਸੀ ਸੰਗਤ। ਸਤਿਗੁਰੂ ਮਹਾਰਾਜ ਨੇ ਸੰਗਤਾਂ ਸਿਰਜੀਆਂ। ਸੰਗਤ ਵਿੱਚ ਜਿੱਥੇ ਸਤਿਗੁਰੂ ਜੀ, ਪਹਿਲਾ ਨੁਕਤਾ ਇਹ ਸੀ ਵੀ ਸੰਗਤ ਵਿੱਚ ਸਾਰੇ ਬਰਾਬਰ ਬੈਠਣਗੇ, ਕੋਈ ਬਿਨਾਂ ਭੇਦ ਭਾਵ, ਅਮੀਰ ਕੀ, ਗਰੀਬ ਕੀ, ਜਾਤ ਪਾਤ, ਮਜ਼ਹਬ ਦੇ ਬੰਧਨਾਂ ਦਾ ਤਿਆਗ ਕਰਕੇ ਇਨਸਾਨ ਨੂੰ ਇਨਸਾਨ ਸਮਝਣ ਵਾਲਾ ਹੀ ਇਸ ਸੰਗਤ ਵਿੱਚ ਬੈਠਣ ਦਾ ਅਧਿਕਾਰੀ ਹੈ। ਦੂਜੇ ਨੇ ਆਪੇ ਹੀ ਨਹੀਂ ਬਹਿਣਾ। ਜਿਹਦੇ ਅੰਦਰ ਦੇ ਦਿਮਾਗ ਵਿੱਚ ਜ਼ਹਿਰ ਹੈ ਵੀ ਮੈਂ ਉੱਚਾ, ਦੂਜੇ ਨੀਵੇਂ ਨੇ, ਉਹ ਦੂਜੇ ਬਰਾਬਰ ਆਪੇ ਹੀ ਨਹੀਂ ਬੈਠੇਗਾ। ਇੱਥੇ ਬੈਠਣ ਦਾ ਪਹਿਲਾ ਹੀ ਨੁਕਤਾ ਇਹ ਹੈ ਵੀ ਇੱਥੇ ਤੁਹਾਨੂੰ ਬਰਾਬਰ ਸਭਨਾਂ ਨੂੰ ਇੱਕ ਸਾਰ, ਇੱਕ ਦੂਜੇ ਦੇ ਨੇੜੇ ਢੁੱਕ ਕੇ ਬੈਠਣਾ ਪਏਗਾ। ਤੋ ਇਵੇਂ ਬੈਠਦੇ ਸਨ ਲੋਕ। ਦੂਜਾ ਇਹ ਸੀ ਵੀ ਇੱਥੇ ਸਭਨਾਂ ਨੂੰ ਸਾਂਝਾ ਉਪਦੇਸ਼ ਹੋਏਗਾ। ਇਹ ਨਹੀਂ ਵੀ ਜਿਵੇਂ ਪੁਰਾਣੇ ਸ਼ਾਸਤਰਾਂ ਵਿੱਚ ਸੀ ਵੀ ਕੋਈ ਧਰਮ ਉਪਦੇਸ਼ ਖਾਸ ਵਰਨ ਦਾ ਬੰਦਾ, ਖਾਸ ਜਾਤੀ, ਖਾਸ ਬਰਾਦਰੀ ਦਾ ਬੰਦਾ ਹੀ ਸੁਣ ਸਕਦਾ, ਦੂਜਾ ਨਹੀਂ ਸੁਣ ਸਕਦਾ। ਇੱਥੇ ਐਸਾ ਨਹੀਂ ਸੀ। ਇੱਥੇ ਉਪਦੇਸ਼ ਚੋਂ ਵਰਨਾ ਕੋ ਸਾਂਝਾ, ਕਿਉਂਕਿ ਇੱਥੇ ਪਰਮੇਸ਼ਰ ਸਾਂਝਾ। ਇੱਥੇ ਸਾਰੇ ਉਹਦੀ ਖਲਕਤ ਇੱਕੋ ਹੈ। ਰੱਬ ਉਹਦੀ ਖਲਕਤ ਵਿੱਚ ਵਸਦਾ ਬਿਨਾਂ ਕਿਸੇ ਭੇਦਭਾਵ ਤੋਂ, ਤੇ ਵਿਚਾਰ ਵੀ ਸਭਨਾਂ ਨਾਲ ਸ਼ੇਅਰ ਹੁੰਦਾ, ਸਾਂਝਾ ਹੁੰਦਾ। ਫਿਰ ਹੌਲੀ ਹੌਲੀ ਇਹਦੇ ਵਿੱਚੋਂ ਇਹ ਨਿਕਲਿਆ ਵੀ ਉਪਦੇਸ਼ ਕੋਈ ਵੀ ਕਰ ਸਕਦਾ, ਜਿਹੜੇ ਜਿਸ ਨੂੰ ਸੋਝੀ ਹੈ, ਸਮਝ ਹੈ, ਉਹ ਦੂਜਿਆਂ ਨੂੰ ਦੱਸ ਸਕਦਾ ਹੈ। ਜਬ ਲਗ ਦੁਨੀਆ ਰਹੀਏ ਨਾਨਕ ਕਿਛ ਸੁਣੀਐ ਕਿਛ ਕਹੀਏ। ਹੁਣ ਦੂਜੇ ਮਤਾਂ ਵਿੱਚ ਕੀ ਸੀ ਵੀ ਕੋਈ ਖਾਸ ਪਰਸਨੈਲਿਟੀਆਂ ਨੇ ਜਿਹੜੀਆਂ ਦੱਸ ਸਕਦੀਆਂ, ਉਹਨਾਂ ਦੀ ਬਰਾਦਰੀ ਉੱਚੀ ਹੋਵੇ, ਉਹਨਾਂ ਦਾ ਵਰਨ ਉੱਚਾ ਹੋਵੇ, ਉਹਨਾਂ ਨੂੰ ਅਧਿਕਾਰ ਦਿੱਤੇ ਗਏ ਹੁਣ ਧਰਮ ਗ੍ਰੰਥਾਂ ਵੱਲੋਂ। ਇੱਥੇ ਸਤਿਗੁਰੂ ਦਾ ਕਹਿਣਾ ਇਹ ਸੀ ਵੀ ਸੰਵਾਦ ਇੱਥੇ ਕਹਿਣਾ ਵੀ ਹੈ ਤੇ ਸੁਣਨਾ ਵੀ, ਦੋਵੇਂ ਕੰਮ ਹੀ ਕਰਨੇ ਨੇ। ਔਰ ਉਹਦੇ ਲਈ ਕੋਈ ਬੰਦਿਸ਼ ਨਹੀਂ ਹੈ ਵੀ ਕੌਣ ਕਰੇ ਤੇ ਕੌਣ ਨਾ ਕਰੇ। ਬਰਾਬਰਤਾ ਆਈ, ਸੰਵਾਦ ਚੱਲਿਆ, ਸੁਰਤਾਂ ਘੜੀਆਂ ਜਾਣ ਲੱਗੀਆਂ। ਇੱਥੇ ਫਿਰ ਬਾਣੀ ਦਾ ਪ੍ਰਚਾਰ ਵੀ ਹੋਣਾ ਸੀ ਸਤ ਸੰਗਤ ਵਿੱਚ। ਇਹਦੇ ਵਿੱਚੋਂ ਅੱਗੇ ਕਈ ਸੰਸਥਾ ਪੈਦਾ ਹੋਈਆਂ ਵੀ ਹੁਣ ਜਿੱਥੇ ਸਤ ਸੰਗਤ ਹੈ, ਵੈਸੇ ਬਾਣੀ 'ਚ ਆਪਾਂ ਪੜ੍ਹਦੇ ਹਾਂ, ਜੈ ਸਤਿਗੁਰ ਤੈਂ ਸਤ ਸੰਗਤ ਬਣਾਈ। ਸਤ ਸੰਗਤ ਦਾ ਧੁਰਾ ਕੀ ਹੈ? ਸਤਿਗੁਰੂ। ਸਤਿਗੁਰੂ ਬੇਸ ਹੈ ਸਤ ਸੰਗਤ ਦਾ। ਸਤਿਗੁਰੂ ਤੋਂ ਬਿਨਾਂ ਸਤ ਸੰਗਤ ਨਹੀਂ, ਗੁਰਮਤਿ ਦਾ ਇਹ ਸੰਕਲਪ ਹੈ। ਫਿਰ ਜਿੱਥੇ ਸਤ ਸੰਗਤ ਹੈ ਉਹ ਸਤ ਸੰਗ ਪਰਮਾਨੈਂਟਲੀ ਲੱਗੇ। ਉਹ ਸੰਗਤਾਂ ਇਸੇ ਤਰ੍ਹਾਂ ਜੁੜਨ, ਉਹਦੇ ਲਈ ਧਰਮਸ਼ਾਲ ਦੀ ਲੋੜ ਸੀ, ਧਰਮਸ਼ਾਲ ਬਣਾਈ। ਧਰਮਸ਼ਾਲ ਦੀਆਂ ਫਿਰ ਆਪਣੀਆਂ ਜ਼ਰੂਰਤਾਂ ਸਨ ਕਿ ਧਰਮਸ਼ਾਲ ਨੂੰ ਬਣਾਉਣ ਲਈ ਸਾਂਝਾ ਫੰਡ ਚਾਹੀਦਾ, ਉਹਦੇ ਲਈ ਦਸਵੰਧ, ਉਹਦੇ ਲਈ ਆਪਣੀ ਕਿਰਤ ਕਮਾਈ ਦੇ ਵਿੱਚੋਂ ਸਭਨਾਂ ਨੇ ਹਿੱਸਾ ਪਾਉਣਾ ਹੈ। ਆਈ ਹੋਈ ਸੰਗਤ ਵਾਸਤੇ ਲੰਗਰ ਦੀ ਜ਼ਰੂਰਤ ਹੈ, ਲੋੜਵੰਦਾਂ ਲਈ ਲੰਗਰ ਦੀ ਜ਼ਰੂਰਤ ਹੈ। ਉਹਦੇ ਲਈ ਹਰ ਕੋਈ ਮਾਈ ਭਾਈ ਆਪਣਾ ਯੋਗਦਾਨ ਪਾ ਸਕਦਾ ਹੈ, ਬਰਾਬਰ ਥੋੜ੍ਹਾ ਬਹੁਤਾ ਜਿੰਨੀ ਕਿਸੇ ਦੀ ਹੈਸੀਅਤ ਹੈ, ਬਿਨਾਂ ਭੇਦਭਾਵ ਤੋਂ ਉੱਥੇ ਸੇਵਾ ਕਰ ਸਕਦਾ ਹੈ। ਪੰਗਤ ਵਿੱਚ ਬਰਾਬਰ ਬੈਠਿਆ ਜਾਏਗਾ ਜਿਵੇਂ ਸੰਗਤ ਵਿੱਚ ਬਰਾਬਰ ਬੈਠਿਆ ਜਾਂਦਾ ਹੈ। ਸਤ ਸੰਗਤ ਵਿੱਚ ਅਹਿਮ ਮਸਲੇ ਵੀ ਸਾਂਝੇ ਹੁੰਦੇ, ਜਿਹੜੇ ਸਮੇਂ ਦੇ ਜਿਹੜੇ ਜ਼ਰੂਰੀ ਕੰਮ ਕਰਨ ਵਾਲੇ ਸਨ, ਉਹਨਾਂ ਦਾ ਸਾਰਾ ਦਰੋਮਦਾਰ ਸਤ ਸੰਗਤ ਉੱਤੇ। ਜਾਨੀ ਕਿ ਜਿੰਨੀਆਂ ਵੀ ਸੰਸਥਾਵਾਂ ਉਪਜੀਆਂ ਨੇ ਸਿੱਖੀ ਵਿੱਚ, ਉਹ ਸਾਰੀਆਂ ਸਤ ਸੰਗਤ ਦੀ ਪ੍ਰੋਡਕਸ਼ਨ। ਗੁਰੂ ਸਾਹਿਬ ਨੇ ਸੰਗਤ ਦੀ ਪ੍ਰਥਾ ਐਸੀ ਮਹਾਨ ਸਿਰਜੀ ਪੇ ਦੇ ਵਿੱਚੋਂ ਹੀ ਬਾਣੀ ਨੂੰ ਅਪਣਾ ਕੇ ਸਿੱਖੀ ਨੂੰ ਆਪਣੇ ਜੀਵਨ ਦਾ ਅੰਗ ਬਣਾਉਣਾ ਹੈ ਤੇ ਸਿੱਖੀ ਧਾਰਨ ਕਰਨੀ ਹੈ। ਇਹਦੇ ਵਿੱਚੋਂ ਹੀ ਧਰਮ ਪ੍ਰਚਾਰ ਹੋਣਾ ਹੈ, ਇਹਦੇ ਵਿੱਚੋਂ ਹੀ ਸਮਾਜਿਕ ਕੰਮ ਹੋਣੇ ਨੇ, ਇਹਦੇ ਵਿੱਚੋਂ ਹੀ ਸੰਸਥਾਵਾਂ ਲਈ ਅਗਲੇ ਕੰਮ ਵਿਉਂਤੇ ਜਾਣੇ ਨੇ ਔਰ ਕੀਤੇ ਜਾਣੇ ਨੇ। ਬਰਾਬਰਤਾ ਵੀ ਹੈ, ਸਾਂਝੀਵਾਲਤਾ ਵੀ, ਕਿੰਨਾ ਕੁਝ ਜੁੜਿਆ ਹੋਇਆ ਹੈ ਇੱਕ ਸੰਗਤ ਦੀ ਇਸ ਸੰਸਥਾ ਦੇ ਨਾਲ, ਪ੍ਰਥਾ ਦੇ ਨਾਲ, ਸੰਗਤ ਦੀ ਇਸ ਆਈਡੀਓਲੋਜੀ ਦੇ ਨਾਲ। ਪਰ ਇੱਥੇ ਸ਼ਬਦ ਵਰਤਿਆ ਸਤ ਸੰਗਤ। ਉਹ ਸੰਗਤ ਜਿਹੜੀ ਸੱਚ ਪਰਮੇਸ਼ਰ ਨਾਲ ਇੱਕ ਸੁਰ ਹੋਣ ਦੇ ਮਕਸਦ ਨਾਲ ਇਕੱਤਰ ਹੋਈ ਹੈ।
क्योंकि सत संगत का अपना संकल्प है ना, कला ये नहीं भी शरीरों की भीड़ इकट्ठी हो गई तो सत संगत का संकल्प जे गवाच गया तो शरीरों की भीड़ भावें बेतहाशा भी हो जाए, करोड़ों बंदा भी इकट्ठा हो जाए, वो सत संगत नहीं हो सकती। ਉਹਦੇ अपने एक मायने ने, अपने एक अर्थ ने गुरमत विच भी सत संगत की है। जिवें मैं पहला इसकी डेफिनेशन साझी की है, सत संगत कैसी जानी है जिथे एको नाम वखाणिया एको नाम हुक्म है, नानक सतगुर दिया बुझाए जी। तो इस तो अगला जिहड़ा स्टैप वो है भी सत संगत विच आउणा पहला पड़ाव है, पहला स्टैप है भी मैं फिजिकली हाजिर हाँ, मैं उत्थे उपदेश सुनना है, उत्थे बैठना है। फिर उस तो अगला स्टैप है भी मेरे अंदर ये इच्छा भी होवे भी इस थां दा परपज की है, जिथे मैं आया इहदा मकसद की, इहदा एम की है इत्थे बैठण दा, वो है सतसंगी बनना। सतसंगत जिवें विद्यार्थी जाता है ना तो क्लास क्यों जाता, जो उन्होंने परपज नहीं ना पता। कई बार तो सानू तो यही भी लगता रहा कि मजबूरी है, घर दे घलदे ने, स्कूल वाले सददे ने, राह विचकार कोई गैप है नहीं भी जाइए कित्थे, तो जाना पैंदा सी क्योंकि घर दा ते स्कूल वालियां दा तालमेल सी ते विचों निकल नहीं सकते, इस करके मजबूरी च उत्थे बहना पैंदा। पर उम्मीद ये होंदी भी टीचर ना आवे तो वधिया गल है, जान छुट्टी रहे, जेड़े भी अद्धा घंटा लंघ जाए सुख दा वो लंघ जाए। हुण इहदा मतलब यही सी भी सानू ये पता ही नहीं सी भी जिहड़ा परपज की है साडा, असीं घरों तैयार होंदे आ, फीस भरदे ने मापे, असी अपनी रोटी नाल चुक के लियाउने आ, बैग किताबां वाला नाल चुक के लियाउने आ, सफ़र करके इत्थे आउने आ, सारा दिन इत्थे बहिने आ। स्कूल वालियां ने इन्ना जिन्ना भी इंतजाम उन्हां कीता उहदा इहदा एम की सानू ये नहीं सी पता, वो लगदा रहा भी मजबूरी है। पर जे एम दा पता हुंदा ते वो बैग चुकना मजबूरी नहीं सी होनी, वो चाह बन जाता, वो जरूरत बन जाता। फिर जे कोई मिस हुंदा क्लास विच, कोई टीचर ना आउंदा, कोई पढ़ाउण ना आउंदा, तो फिर उस गल दा अंदर एक खलल मचदा भी समा वेस्ट हो रहा है, मैं तो इत्थे आया किसी काम लई हाँ, एवें नहीं आया। यानी कि हर जगह का अपना एक परपज हुंदा है ना। सत संगत सतगुर चटशाल है, जित हर गुण सिखा। सतगुरु ने आख्या भी जिहड़ी सत संगत है ये सतगुरु की पाठशाला है, तो गुरु इत्थे की सिखाउंदा, जित हर गुण सिखा, रब दे गुण सिखाउंदा। रब्बी गुणां नाल भरपूर साडा जीवन घटदा, जीवन की घाट घड़न की थां है ये। ते जे परपज ये मकसद सानू चेते रहा, ये संकल्प चेते रहा भी सत संगत का परपज की है, मकसद की है, फिर जदों मैं आया तो फिर मेरे दिमाग 'च रहेगा भी मैं इत्थे आया की लैना, मेरा मकसद की है इत्थे आउण दा। प्रोडक्शन तो तां ही होएगी ना भी जे उत्थे आउण वाले नूं उहदा मकसद पता है। कबीर जी दे कोल बैठण वालियां नूं, बाबा रविदास साहब कोल बैठण वालियां नूं पता सी ना भी असीं क्यों चले आ बाबा कबीर साहब कोल। गुरु नानक महाराज पातशाह दे कोल आउण वालियां नूं ये परपज, ये मकसद पता सी भी असीं क्यों जाना है बाबे नानक कोल, क्यों बहना है सतगुरु की संगत विच, क्यों बैठना है उन्हां दे कोल, क्यों सुनना है उन्हां दा वचन। जदों बस ये ध्यान विच आ गई गल तां एक एक बोल जिहड़ा गुरु दा जां एक एक पल जिहड़ा उत्थे बैठिया होया वो साडा सारथा हुंदा जाएगा। वो सानू कुछ वो हर एक पल जिहड़ा कुछ दे के रवाना होएगा, एवें खाली नहीं बीतेगा। एक एक बोल जिहड़ा वो साडे जीवन नूं, साडी सुरत नूं शरशार करेगा, प्रभावित करेगा और वो साडी सुरत विच टिकदा जाएगा। तो ये हुंदा सत संगत विच आउणा पहला स्टैप, ते सत संगी बनना दूजा स्टैप। ते बाबा रविदास साहब महाराज बख्शिश करते हैं, कहने लगे माधो, माधो भाव माया दा पति, माया दा सिरजक, प्रकृति दा मालक, कुदरत दा सिरजक, हे परमेश्वर सत संगत शरण तुम्हारी। जिहड़ी सत संगत है ना ये तुहाडी शरण है। जिन्हें रब दी शरण जाना होवे ना वो सत संगत अख्तियार करे। जिसने रब दे दर ते समर्पित होना होवे वो सतसंगी बनने का यतन करे, यही रब दी शरण विच जाना है।
ਇਹੀ ਰੱਬ ਨਾਲ ਜੁੜਨਾ ਹੈ, ਇਹੀ ਰੱਬ ਦੇ ਰਾਹ ਤੇ ਤੁਰਨ ਦਾ ਕਦਮ ਹੈ। ਤੇ ਫਿਰ ਉੱਥੇ ਸਤ ਸੰਗਤ ਵਿੱਚ ਹੋਣਾ ਕੀ ਹੈ? ਕੁਝ ਚੀਜ਼ਾਂ ਐਕਸੈਪਟ ਕਰਨੀਆਂ ਨੇ ਤੇ ਕੁਝ ਚੀਜ਼ਾਂ ਅਬਜ਼ਰਵ ਕਰਨੀਆਂ ਨੇ। ਐਕਸੈਪਟ ਕੀ ਕਰਨਾ ਹੈ? ਆਪਣਾ ਔਗਣ, ਵੀ ਮੇਰੇ 'ਚ ਔਗਣ ਕੀ ਕੀ। ਤੇ ਮੰਨਣਾ ਕੀ ਹੈ? ਉਪਦੇਸ਼, ਵਿਵੇਕ, ਗੁਣ। ਹਮ ਔਗਣ ਤੁਮ ਉਪਕਾਰੀ। हे ਮੇਰੇ ਮਾਲਕ, ਮੈਂ ਔਗਣਿਆ ਰਹਾ ਤੇ ਤੂੰ ਉਪਕਾਰ ਕਰਨ ਵਾਲਾ ਹੈ, ਤੂੰ ਬਖਸ਼ਿਸ਼ ਕਰਨ ਵਾਲਾ। ਫਿਰ ਹੀ ਕਿਸੇ ਪਾਸੇ ਲੱਗਿਆ ਜਾਏਗਾ ਨਾ। ਜੇ ਮੈਂ ਪਹਿਲਾਂ ਮੰਨ ਲਵਾਂ ਵੀ ਮੇਰੇ 'ਚ ਗੁਣ ਨੇ, ਮੈਨੂੰ ਕੁਝ ਸਿੱਖਣ ਦੀ ਲੋੜ ਨਹੀਂ, ਮੈਨੂੰ ਕੁਝ ਵੀ ਗ੍ਰਹਿਣ ਕਰਨ ਦੀ ਲੋੜ ਨਹੀਂ, ਫਿਰ ਮੇਰਾ ਕੀ ਬਣ ਸਕਦਾ? ਮੈਂ ਭਾਵੇਂ ਜਿੱਥੇ ਮਰਜ਼ੀ ਚਲਿਆ ਜਾਵਾਂ, ਫਿਰ ਮੈਨੂੰ ਕੋਈ ਨਹੀਂ ਸਵਾਰ ਸਕਦਾ। ਸਤ ਸੰਗਤ ਦੇ ਸਾਧਨ ਵਿੱਚ ਆ ਕੇ ਇਸ ਸਾਧਨ ਨੂੰ ਅਪਣਾ ਕੇ ਪਹਿਲਾ ਕਰਮ ਕੀ ਹੈ? ਵੀ ਮੈਂ ਕੁਝ ਐਕਸੈਪਟ ਕਰਨਾ ਹੈ, ਕੁਝ ਕਬੂਲ ਕਰਨਾ ਹੈ। ਤੇ ਉਹ ਕਬੂਲ ਕੀ ਕਰਨਾ ਹੈ? ਆਪਣੇ ਅੰਦਰ ਦਾ ਖੋਟ, ਆਪਣੇ ਅੰਦਰ ਦਾ ਔਗਣ, ਆਪਣੇ ਅੰਦਰ ਦੀ ਘਾਟ, ਆਪਣੇ ਅੰਦਰ ਦੀ ਕਮਜ਼ੋਰੀ, ਉਹਨੂੰ ਕਬੂਲ ਕੀਤਾ ਵੀ ਮੇਰੇ 'ਚ ਔਗਣ। ਔਰ ਇਹਦੀ ਸਤਿਗੁਰੂ ਨੇ ਬੜੀ ਪਿਆਰੀ ਜੁਗਤ, ਬੜੀ ਪਿਆਰੀ ਤਕਨੀਕ ਬਾਣੀ 'ਚ ਦੱਸੀ ਹੈ। ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, तू सर्व कला का ज्ञाता माधो, हम ऐसे तू ऐसा, हम पापी तुम पाप खंडन नीको ठाकुर देसा, तुम सब साजे साज नवाजे जियो पिंड दे प्राणा, हम निर्गुण यारे गुण नहीं कोई, तुम दान दे हो मेरवाना, तुम करो भला हम भलो न जाना। ਹੁਣ ਜ਼ਰਾ ਸੋਚੋ, ਆਹ ਜਿਹੜੇ ਲਫ਼ਜ਼ ਨੇ ਜਿਹੜੇ ਸਤਿਗੁਰੂ ਨੇ ਵਰਤੇ ਨੇ, ਜ਼ਿੰਦਗੀ ਦਾ ਸਾਰਾ ਦਰੋਮਦਾਰ ਹੀ ਇੱਥੇ ਖੜਾ ਹੈ ਸਾਡਾ। ਸਾਡੀ ਜ਼ਿੰਦਗੀ ਦੀ ਭੁੱਖ ਤੇ ਸਾਡੀ ਜ਼ਿੰਦਗੀ ਦੀ ਤ੍ਰਿਪਤੀ ਇਹਨਾਂ ਸ਼ਬਦਾਂ ਵਿੱਚ ਖੜੀ ਹੈ। ਜੇ ਮੰਨ ਲਿਆ ਵੀ ਤੁਮ ਕਰੋ ਭਲਾ, ਜੋ ਹੈ ਭਲਾ ਹੀ ਹੈ, ਥੋੜਾ ਹੈ, ਬਹੁਤ ਹੈ, ਜੋ ਵੀ ਸਿਚੁਏਸ਼ਨ ਹੈ ਭਲਾ ਹੈ, ਬੈਸਟ ਹੈ। ਤੇ ਬੰਦੇ ਅੰਦਰ ਤਰਸੇਵਾ ਨਹੀਂ, ਖਿਜ ਨਹੀਂ, ਉਦਾਸੀ ਨਹੀਂ, ਮਾਯੂਸੀ ਨਹੀਂ, ਉਹਨੇ ਐਕਸੈਪਟ ਕਰ ਲਈ ਗੱਲ। ਤੇ ਜਿੱਥੇ ਇਹ ਮੰਨ ਕੇ ਚੱਲਿਆ ਜਾ ਰਿਹਾ ਵੀ ਆ ਵੀ ਨਹੀਂ ਚੰਗਾ, ਆ ਵੀ ਨਹੀਂ ਚੰਗਾ, ਆ ਵੀ ਠੀਕ ਨਹੀਂ, ਆ ਵੀ, ਉਸ ਬੰਦੇ ਨੂੰ ਕੋਈ ਖੁਸ਼ ਕਰ ਸਕਦਾ ਜ਼ਿੰਦਗੀ 'ਚ? ਕੁਝ ਨਹੀਂ ਕਰ ਸਕਦਾ। ਉਹਨੇ ਹਮੇਸ਼ਾ ਉਸ ਚੀਜ਼ ਬਾਰੇ ਸੋਚਣਾ ਜਿਹੜੀ ਉਹਨੂੰ ਮਿਲੀ ਨਹੀਂ, ਜਿਹੜੀ ਉਹਦੇ ਕੋਲ ਨਹੀਂ, ਜਿਹੜੀ ਉਹਦੇ ਕੋਲ ਹੈ ਨਹੀਂ। ਫਿਰ ਐਸੇ ਬੰਦੇ ਨੂੰ ਤੁਸੀਂ ਜੋ ਮਰਜ਼ੀ ਦੇ ਦਿਓ, ਉਹ ਹਮੇਸ਼ਾ ਸੋਚੇਗਾ ਹੀ ਉਹ ਜਿੱਥੇ ਖਾਲੀ ਜਗ੍ਹਾ ਹੋਏਗੀ। ਜੋ ਹੈ ਨਹੀਂ ਉਹਦੇ ਬਾਰੇ ਸੋਚੇਗਾ, ਉਹਨੂੰ ਤੁਸੀਂ ਖੁਸ਼ ਨਹੀਂ ਕਰ ਸਕਦੇ, ਕਿਉਂਕਿ ਉਹ ਹੋਣਾ ਹੀ ਨਹੀਂ ਚਾਹੁੰਦਾ। ਤੁਮ ਕਰੋ ਭਲਾ ਹਮ ਭਲੋ ਨਾ ਜਾਣਾ। ਸਾਡੀ ਮਨੋ ਅਵਸਥਾ ਕੀ ਵੀ ਤੂੰ ਭਲਾ ਦਰ ਭਲਾ, ਜੋ ਹੈ ਤੇਰੇ ਵੱਲੋਂ ਭਲਾ ਹੀ ਭਲਾ ਹੈ, ਅਸੀਂ ਉਹਨੂੰ ਭਲਾ ਨਹੀਂ ਜਾਣਦੇ। ਪ੍ਰੋਬਲਮ ਤੇ ਸਾਡੀ ਹੈ ਨਾ। ਅਸੀਂ ਕੀ ਕਹਿੰਦੇ ਹਾਂ? ਗੁਰੂ ਨੇ ਚੰਗਾ ਨਹੀਂ ਕੀਤਾ, ਰੱਬ ਨੇ ਆਹ ਚੰਗਾ ਨਹੀਂ ਕੀਤਾ, ਫਲਾਣੇ ਨੇ ਆਹ ਚੰਗਾ ਨਹੀਂ। ਜਿੰਨਾ ਚੰਗਾ ਕੀਤਾ ਹੈ, ਜਿੰਨਾ ਚੰਗਾ ਹੋਇਆ ਹੈ, ਜਿੰਨਾ ਹੰਢਾ ਰਹੇ ਹਾਂ, ਉਹਦਾ ਕਿੰਨਾ ਕੁ ਸ਼ੁਕਰ ਕਰ ਲਿਆ ਅਸੀਂ? ਜਾਂ ਤਾਂ ਹੋਵੇ ਨਾ ਵੀ ਅਸੀਂ ਜਿੰਨਾ ਹੰਢਾ ਰਹੇ ਉਹਦਾ ਬੜਾ ਸ਼ੁਕਰ ਕਰਦੇ, ਨਹੀਂ ਉਹਦਾ ਕਿੱਥੇ ਕਰਦੇ ਹਾਂ? ਉਹਦੇ ਵਿੱਚ ਵੀ ਸਾਨੂੰ ਗਲਤੀ ਨਜ਼ਰ ਆਉਂਦੀ, ਸਾਨੂੰ ਲੱਗਦਾ ਹੈ ਵੀ ਅਸੀਂ ਜ਼ਿਆਦਾ ਡਿਜ਼ਰਵ ਕਰਦੇ, ਮਿਲਿਆ ਕੱਖ ਵੀ ਨਹੀਂ। ਸੋ ਇਹ ਜਿਹੜੀ ਚੀਜ਼ ਹੈ, ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਦੱਸਦੇ ਨੇ, ਹਮ ਔਗਣ ਤੁਮ ਉਪਕਾਰੀ, ਤੂੰ ਉਪਕਾਰ ਕਰਨ ਵਾਲਾ ਹੈ। ਔਰ ਬੜੇ ਪਿਆਰੇ ਬੋਲ ਉਹਨਾਂ ਨੇ ਪਹਿਲੇ ਬੰਦ ਵਿੱਚ ਆਖੇ, ਤੁਮ ਚੰਦਨ ਹਮ ਏਰੰਡ ਬਾਪੁਰੇ ਸੰਗ ਤੁਮਾਰੇ ਬਾਸਾ। हे ਮੇਰੇ ਮਾਲਕ, ਤੇਰੀ ਸਤ ਸੰਗਤ ਸਾਡੇ ਜੀਵਨ ਨੂੰ ਕਿਵੇਂ ਘੜਦੀ ਹੈ? ਤੂੰ ਚੰਦਨ ਵਰਗਾ ਹੈ। ਚੰਦਨ ਨੂੰ 52 ਚੰਦਨ ਵੀ ਲਿਖਿਆ ਬਾਣੀ 'ਚ। 52 ਚੰਦਨ ਉਸ ਨੂੰ ਇਵੇਂ ਇੱਕ ਅੰਦਾਜ਼ਨ ਵੀ 52 ਕੁੰਗਲਾ ਉੱਚਾ, ਯਾਨੀ ਕਿ ਬੜਾ ਮਧਰੇ ਕੱਦ ਦਾ, ਛੋਟੇ ਜੀ ਕੱਦ ਦਾ, ਥੋੜੀ ਜੀ ਹਾਈਟ ਦਾ ਇੱਕ ਪੌਦਾ ਹੈ, ਇੱਕ ਰੁੱਖ ਹੈ। ਇਹਦੀ ਤਸੀਰ ਠੰਡੀ ਹੈ ਤੇ ਸੁਗੰਧੀ ਇਹਦੇ ਵਿੱਚ ਬੇਹਿਸਾਬ ਹੈ। ਇਹਦੀ ਠੰਡੀ ਤਸੀਰ ਕਰਕੇ ਸੱਪ ਵੀ ਇਹਨੂੰ ਆ ਕੇ ਲਿਪਟ ਜਾਂਦੇ ਨੇ, ਕਿਉਂਕਿ ਉਹਨਾਂ ਦੇ ਵਿੱਚ ਜਦੋਂ ਗਰਮਾਇਸ਼ ਉਹਨਾਂ ਦੀ ਬੋਡੀ 'ਚ ਵੱਧਦੀ ਹੈ ਤੇ ਉਹਨੂੰ ਠੰਡੀ ਥਾਂ ਚਾਹੀਦੀ ਹੈ, ਤੇ ਉਹ ਚੰਦਨ ਦੇ ਰੁੱਖ ਦੇ ਉੱਤੇ ਆ ਕੇ ਚੜ ਜਾਂਦਾ। ਇਹਦੀ ਸੁਗੰਧੀ ਇੰਨੀ, ਕੁਦਰਤ ਨੇ ਇਹਨੂੰ ਇਹ ਅਮੋਲਕ ਦਾਤ
ਤਸੀਰ ਠੰਡੀ ਹੋਣ ਕਰਕੇ ਹੀ ਲੋਕ ਇਹਦਾ ਮੱਥੇ ਤੇ ਲੇਪ ਵੀ ਕਰਦੇ ਨੇ, ਇਹਨੂੰ ਵਰਤਦੇ ਨੇ, ਦਵਾਈਆਂ 'ਚ ਪੈਂਦਾ ਹੈ, ਇਹਦਾ ਇਤਰ ਬਣਦਾ ਹੈ। ਇਹ ਜਿਹੜੇ ਪਰਫਿਊਮ ਆਪਾਂ ਯੂਜ਼ ਕਰਦੇ ਹਾਂ ਕਈ ਵਾਰ ਉਹਨਾਂ 'ਚ ਵੀ ਇਹਦਾ ਤੱਤ ਕੱਢ ਕੇ ਨਿਚੋੜ ਕੇ ਪਾਇਆ ਜਾਂਦਾ ਹੈ। ਚੰਦਨ ਦੀ ਲੱਕੜੀ ਮਹਿੰਗੀ ਵਿਕਦੀ ਹੈ, ਇਹਨੂੰ ਸੰਦਲ ਵੀ ਕਹਿ ਦਿੰਦੇ ਨੇ, ਪਰ ਇਹਦੀ ਸੁਗੰਧੀ ਜਿਹੜੀ ਹੈ ਬੜੀ ਪ੍ਰਭਾਵਸ਼ਾਲੀ ਹੁੰਦੀ ਹੈ। ਆਲੇ ਦੁਆਲੇ ਦੀ ਬਨਸਪਤੀ ਜਿਹੜੀ ਹੋਵੇ ਉਹਦੇ ਵਿੱਚੋਂ ਵੀ ਉਹਦੀ ਸੁਗੰਧੀ ਦੀ ਜਿਹੜੀ ਮਹਿਕ ਹੈ ਇਸ ਲੱਕੜੀ ਦੀ ਆਉਣੀ ਸ਼ੁਰੂ ਹੋ ਜਾਂਦੀ ਹੈ। ਇਹਦਾ ਪ੍ਰਭਾਵ ਹੈ ਆਲੇ ਦੁਆਲੇ 'ਚ। ਹੁਣ ਇਰੰਡ ਵਰਗਾ ਨਿੱਕਾ ਜਿਹਾ ਪੌਦਾ ਜਿਹੜਾ ਬੇਅਰਥ ਜਿਹਾ ਪੌਦਾ, ਕਿਸੇ ਕੰਮ ਨਹੀਂ ਆਉਂਦਾ, ਨਾ ਉਹਨੂੰ ਕੋਈ ਫਲ ਲੱਗੇ, ਨਾ ਉਹਨੂੰ ਚਾਹੀਦਾ ਫੁੱਲ ਲੱਗੇ, ਨਾ ਉਹਦੀ ਲੱਕੜ ਕੰਮ ਆਏ, ਕਿਸੇ ਵੀ ਲੇਖੇ ਨਹੀਂ। ਐਸੇ ਪੌਦੇ ਵੀ ਹੁੰਦੇ ਨੇ, ਪਰ ਇਰੰਡ ਵਰਗਾ ਜਿਹੜਾ ਪੌਦਾ ਹੈ ਉਹ ਵੀ ਜਦੋਂ ਚੰਦਨ ਦੇ ਨੇੜੇ ਹੋਵੇ ਤੇ ਘੱਟੋ ਘੱਟ ਉਹਦੇ ਚੋਂ ਵੀ ਉਹਦੀ ਸਮੈਲ ਜਿਹੜੀ ਹੈ ਚੰਦਨ ਦੀ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ। ਉਹਦੀ ਚੰਦਨ ਦਾ ਇੰਨਾ ਕੁ ਪ੍ਰਭਾਵ ਉਹਦੇ ਤੇ ਵੀ ਪੈ ਜਾਂਦਾ। ਇੱਥੇ ਭਾਵ ਕੀ ਹੈ ਕਿ ਇਹ ਮੇਰੇ ਮਾਲਕ ਵਾਹਿਗੁਰੂ, ਭਾਵੇਂ ਅਸੀਂ ਅਸਲੋਂ ਹੀ ਸੁਰ ਤੋਂ ਖੁੰਝੇ ਹੋਏ ਹਾਂ, ਕਿ ਸਾਡੇ 'ਚ ਕੋਈ ਐਸੀ ਖੂਬੀ ਜਾਂ ਗੁਣ, ਕੋਈ ਬੇਸ ਤੇ ਹੈ ਨਹੀਂ ਸਾਡਾ, ਪਰ ਇਹ ਉਵੇਂ ਦੀ ਖੇਡ ਹੋਈ ਕਿ ਜਿਵੇਂ ਇਰੰਡ ਵਰਗਾ ਪੌਦਾ ਜਿਹੜਾ ਹੈ ਉਹ ਚੰਦਨ ਦੇ ਨੇੜੇ ਹੋ ਕੇ ਘੱਟੋ ਘੱਟ ਸੁਗੰਧੀ ਨੂੰ ਤੇ ਜ਼ਰੂਰ ਮਾਣਦਾ ਹੈ ਨਾ। ਇੱਕ ਹੋਰ ਉਦਾਹਰਣ ਬਾਣੀ 'ਚ ਦਿੱਤੀ ਗਈ ਹੈ, ਕਹਿੰਦੇ ਨੇ ਜਿਉਂ ਕਾਸਟ ਸੰਗ ਲੋਹਾ ਬਹੁ ਤਰਤਾ, ਤਿਉਂ ਸਤ ਸੰਗਤ ਮਿਲ ਤਰੇ ਤਰਾਸ। ਲੋਹੇ ਦਾ ਨਿੱਕਾ ਜਿਹਾ ਵੀ ਟੁਕੜਾ ਹੋਵੇ ਨਾ, ਨਿੱਕਾ ਜਿਹਾ ਵੀ, ਤੁਸੀਂ ਪਾਣੀ 'ਚ ਸੁੱਟੋ, ਡੁੱਬ ਜਾਏ, ਤਰੇਗਾ ਨਹੀਂ। ਤੇ ਲੱਕੜ ਦਾ ਵੱਡਾ ਸਾਰਾ ਫੱਟਾ ਵੀ ਪਾਣੀ ਸੁੱਟ ਦਿਓ ਤੇ ਤਰਨ ਲੱਗ ਜਾਂਦਾ। ਆਪਣਾ ਆਪਣਾ ਸੁਭਾਅ ਹਰ ਚੀਜ਼ ਦਾ। ਤੇ ਉਹ ਲੋਹੇ ਦੇ ਟੁਕੜੇ ਨੂੰ ਜੇ ਤੁਸੀਂ ਲੱਕੜ ਨਾਲ ਜੜ ਦਿਓ ਤੇ ਉਹ ਡੁੱਬੇਗਾ ਨਹੀਂ, ਲੱਕੜ ਉਹਨੂੰ ਡੁੱਬਣ ਨਹੀਂ ਦੇਵੇਗੀ, ਉਹਨੂੰ ਨਾਲ ਤਾਰ ਲੈਂਦੀ। ਜੋ ਕਾਸਟ ਸੰਗ ਲੋਹਾ ਬਹੁ ਤਰਤਾ, ਤਿਉਂ ਸਤ ਸੰਗਤ ਮਿਲ ਤਰੇ ਤਰਾਸ। ਇਸੇ ਤਰ੍ਹਾਂ ਆਖਦੇ ਨੇ ਵੀ ਸਾਡੇ ਸੁਭਾਅ 'ਚ ਡੁੱਬਣਾ ਹੀ ਹੈ, ਕਿਉਂਕਿ ਇਹ ਸਾਡੇ ਲੋਹੇ ਦੇ ਸੁਭਾਅ 'ਚ ਹੈ ਨਾ ਡੁੱਬ ਜਾਣਾ, ਉਹਦੀ ਧਾਤ ਭਾਰੀ ਹੈ, ਉਹ ਡੁੱਬ ਜਾਣਾ। ਸਾਡੇ ਸੁਭਾਅ 'ਚ ਹਰ ਚੀਜ਼ 'ਚ ਡੁੱਬ ਜਾਣਾ, ਹਰ ਚੀਜ਼ 'ਚ ਗਰਕ ਹੋ ਜਾਣਾ, ਹਰ ਚੀਜ਼ ਵਿੱਚ ਗਵਾਚ ਜਾਣਾ। ਤੇ ਇੱਕ ਸਤ ਸੰਗਤ ਹੈ ਜਿਹਦਾ ਆਸਰਾ ਲੈ ਕੇ ਅਸੀਂ ਆਪਣੀ ਜ਼ਿੰਦਗੀ ਜੀਣੀ ਸਿੱਖ ਲੈਂਦੇ ਹਾਂ। ਮੂਲੋਂ ਅਸੀਂ ਤਰਨ ਦੀ ਤਾਕਤ ਨਹੀਂ ਰੱਖਦੇ, ਮੂਲੋਂ ਸਾਡਾ ਸੁਭਾਅ ਨਹੀਂ ਹੁੰਦਾ ਤਰਨਾ, ਐਵੇਂ ਡਿੱਕੋ ਡੋਲੇ ਖਾਂਦੇ ਰਹਿਣਾ ਸਾਡੇ ਸੁਭਾਅ 'ਚ ਹੁੰਦਾ। ਸਤ ਸੰਗਤ ਸਾਨੂੰ ਸਟੇਬਲ ਕਰਦੀ ਰਹਿੰਦੀ, ਸੁਚੇਤ ਕਰਦੀ ਰਹਿੰਦੀ ਹੈ ਵੀ ਬਾਅਦ 'ਚ ਇੱਥੋਂ ਬਾਅਦ 'ਚ ਆਹ ਕੰਮ ਕਰ, ਆਹ ਨਾ ਕਰ। ਇਹਦੇ ਨਾਲ ਲੱਗ ਕੇ ਆਸਰਾ ਲੈਂਦਿਆਂ ਸਾਡਾ ਵੀ ਹੌਲੀ ਹੌਲੀ ਭਲਾ ਹੁੰਦਾ ਰਹਿੰਦਾ। ਅਸੀਂ ਭਾਵੇਂ ਬਾਬਾ ਰਵਿਦਾਸ ਸਾਹਿਬ, ਗੁਰੂ ਨਾਨਕ ਮਹਾਰਾਜ ਤਥਾ ਸਾਰੇ ਮਹਾਂਪੁਰਖ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਸਮੁੱਚੇ ਰੂਪ ਵਿੱਚ ਕਹਿ ਲਈਏ। ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਨਾ, ਸਮਝੋ ਸਾਰਿਆਂ ਦਾ ਨਾਂ ਲੈਂਦੇ ਹਾਂ। ਵੈਸੇ ਅਸੀਂ ਇੰਨੇ ਜੋਗੇ ਨਹੀਂ ਹਾਂ ਵੀ ਅਸੀਂ ਕੋਈ ਕਬੀਰ ਬਣ ਜਾਈਏ, ਵੈਸੇ ਇੱਛਾ ਤੇ ਸਾਨੂੰ ਮਕਸਦ ਤਾਂ ਇਹੀ ਹੈ ਸਾਡਾ, ਪਰ ਫਿਰ ਵੀ ਅਸੀਂ ਦਾਅਵਾ ਤੇ ਨਹੀਂ ਨਾ ਕਰਦੇ ਵੀ ਮੈਂ ਉਹ ਜੀਵਨ ਦੇ ਪੱਧਰ ਤੇ ਪਹੁੰਚ ਗਿਆ ਜਿਸ ਪੱਧਰ ਤੇ ਕਬੀਰ ਜੀ ਖੜੇ ਨੇ, ਜਿੱਥੇ ਗੁਰੂ ਨਾਨਕ ਸਾਹਿਬ ਖੜੇ ਨੇ, ਜਿੱਥੇ ਬਾਬਾ ਰਵਿਦਾਸ ਸਾਹਿਬ ਖੜੇ ਨੇ। ਅਸੀਂ ਡਿੱਕੋ ਡੋਲੇ ਖਾਣ ਵਾਲੇ ਲੋਕ ਹਾਂ। ਸਾਡਾ ਭਲਾ ਉਹਨਾਂ ਦੀ ਬਾਣੀ ਪੜ੍ਹਦੇ ਹਾਂ, ਉਹਨਾਂ ਦੇ ਬਚਨ ਮੰਨਦੇ ਹਾਂ, ਉਹਨਾਂ ਦੀ ਗੱਲ ਕਰਦਿਆਂ ਅਸੀਂ ਆਪਣਾ ਬਚਾਅ ਕਰਕੇ ਇਸੇ ਤਰ੍ਹਾਂ ਜ਼ਿੰਦਗੀ ਦੇ ਪਲ ਹੰਢਾ ਲੈਂਦੇ ਹਾਂ। ਸਾਨੂੰ ਵੀ ਜ਼ਿੰਦਗੀ ਦਾ ਕੁਝ ਸਮਝ ਆ ਜਾਂਦਾ ਹੈ, ਕੁਝ ਭਲਾ ਹੋ ਜਾਂਦਾ ਹੈ, ਕੁਝ ਘੜੀਆਂ ਸਾਡੀਆਂ ਵੀ ਜ਼ਿੰਦਗੀ ਦੀਆਂ ਸੁਥਰੀਆਂ ਬਣ ਜਾਂਦੀਆਂ ਨੇ। ਤੋ ਸਤਿਗੁਰੂ ਪਾਤਸ਼ਾਹ ਜੀ ਇੱਥੇ ਬਖਸ਼ਿਸ਼ ਕਰਦੇ ਨੇ, ਸੰਗ ਤੁਮਾਰੇ ਬਾਸਾ, ਮੇਰਾ ਵਾਸ ਤੇਰੇ ਨਾਲ ਹੈ, ਮੇਰੀ ਸਾਂਝ ਤੇਰੇ ਨਾਲ ਹੈ, ਨੀਚ ਰੂਖ ਤੇ ਊਚ ਪਾਏ ਹੈ ਗੰਧ ਸੁਗੰਧ ਨਿਵਾਸਾ। ਅਸੀਂ ਵੀ ਨੀਵਿਆਂ ਤੋਂ ਉੱਚੇ ਹੋ ਗਏ ਕਿਉਂਕਿ ਤੇਰੀ ਸੁਗੰਧੀ ਘੱਟੋ ਘੱਟ ਅਸੀਂ ਮਾਣਦੇ ਹਾਂ। ਫਿਰ ਅੱਗੇ ਫਰਮਾਇਆ, ਕਹਿਣ ਲੱਗੇ ਵੀ ਤੁਮ ਮਖਤੂਲ ਸਫੇਦ ਸਪੀਲ ਹਮ ਬਪੁਰੇ ਜਸ ਕੀ। ਅਟਿਆ ਹੋਇਆ ਜਿਹੜਾ ਰੇਸ਼ਮ ਹੈ ਇਹ ਇੱਕ ਕੀੜੇ ਦੀ ਬੋਡੀ ਚੋਂ ਨਿਕਲਦਾ। ਰੇਸ਼ਮ ਦੇ ਕੀੜੇ ਬਕਾਇਦਾ ਪਾਲੇ ਜਾਂਦੇ ਨੇ। ਹੁਣ ਉਹ ਜਿਹੜਾ ਰੇਸ਼ਮ ਹੈ ਉਹ ਰੇਸ਼ਮ ਨੂੰ ਫਿਰ ਅੱਗੇ ਕਈ ਤਰ੍ਹਾਂ ਦੀ ਪਾਹ ਚੜ੍ਹਦੀ ਹੈ। ਉਹ ਨੀਲਾ, ਪੀਲਾ ਚਿੱਟਾ ਰੇਸ਼ਮ ਜਿਹੜਾ ਉਹ ਬੜਾ ਚੰਗਾ ਮੰਨਿਆ ਜਾਂਦਾ, ਉੱਤਮ ਕੁਆਲਿਟੀ ਦਾ ਮੰਨਿਆ ਜਾਂਦਾ। ਕਹਿੰਦੇ ਹੇ ਮੇਰੇ ਮਾਲਕ ਵਾਹਿਗੁਰੂ, ਤੂੰ ਪੀਲਾ ਚਿੱਟਾ ਰੇਸ਼ਮ ਹੈ, ਤੇਰੀ ਸਤ ਸੰਗਤ ਰੇਸ਼ਮ ਵਰਗੀ ਹੈ। ਮਖਤੂਲ ਅਟਿਆ ਹੋਇਆ
तुम मखतूल सफेद सपील हम बपुरे जस कीरा। असी विचारे गरीबड़े कीड़ियां दी न्याई हैं। सत संगत मिल रही है मां, यानी कि असी बड़े तुच्छ हाँ। वैल्यू तो तेरी है, वैल्यू तो तेरे नाम दी है, कीमत तो तेरी बख्शिश दी है, साडी कीड़ियां दी कोई वैल्यू नहीं। फिर की हुंदा है? सत संगत मिल रही है माधो जैसे मधु मखीरा। जिवें मधु मक्खियां छत्ते च बहिंदियां ना आके, वो उन्हां दा घर हुंदा है, खुराक भी उत्थे जमा करदियां ने, उत्थों ही वो अपना पालन करदियां ने, उत्थे ही उन्हां दी वंश वधदी है। ते तेरी सत संगत साडे लई छत्ते वर्गी है। जिवें मक्खियां छत्ते विच आके बैठदियां ने, इसे तरह हे मेरे मालक तेरी सत संगत दी, तेरे गुणां दी साडे नाल इवें दी सांझ, इवें दा रिलेशन है। फिर फरमाया, कहने लगे जाति ओछा पाती ओछा, ओछा जन्म हमारा। कई बार ये पंक्ति पढ़ के ना सी ये समझते बाबा रविदास साहब कह रहे हैं भी मैं चमियार यानी कि चमड़े का काम करने वालियां दे घर पैदा होए, इस करके मेरी जाति नहीं। ऐसा नहीं है। क्यों क्या इत्थे हर चीज़ का संदर्भ समझना पएगा। दुनिया कहती है भी तुसी चमड़े की किरत करते हो इस करके नीवे हो। भगत जी थोड़ा कहते, वो कहते मैंने तो माण है मैं ये किरत करदा। तो रही गल मैनू चमड़े का काम करदियां वेख के तुसी मैनू कहो भी मैं नीवा, तुसी किहड़े लोहे दे बने? सारे चमड़े दे ही बने ने बंदे इस धरती दे। वो शब्द अगे आएगा, उन्होंने आपां फिर विचारांगे। इत्थे क्यों क्या जाति ओछा? ओछा का मतलब हुंदा है नीवी। उस बंदे दी समझो जात ओछी नीवी है, उहदी किस्म माड़ी है जीवन की। पाती पत इज्जत, उहदी इज्जत है ही नहीं, समझो घटिया इज्जत वाला है। ओछा जन्म हमारा, साडा जन्म भी तां नीवा है। कुभांती जिहड़ा आपां पहलों शब्द विच पढ़िया सी ना, जन्म कुभांती भैड़ी भांत वाला। क्यों है? राजा राम की सेव ना की। जे असी राजा मतलब है जिहदी हुकूमत है, जिहदा राज, कायनात ते किहदी हुकूमत है। कई बार आ दो लफ्ज़ां नूं लैके कई लोग बड़ी चलाकी करते हैं। वेखो जी बाबा रविदास साहब महाराज ने रामायण नायक दशरथ नंदन अयोध्यापति श्री राम जी की शोभा की। ऐसा बिल्कुल नहीं है। माधो शब्द बड़ी प्यारी टूक दी है प्रोफैसर साहब सिंह ने। कहते हैं भारत विच ना अवतारवाद की प्रथा है। एक अवतार नाल जुड़े हुए शब्द जिहड़े ने वो दूजे अवतार की वडियाई लई नहीं वरते जाते। चेते विच रखना कि थोड़े चिर का चलन चलिया भी एक मंदिर बना के सारे देवते उत्थे रख ले जाते। पहला ऐसा नहीं सी हुंदा। जे तुसी ग्रंथ पढ़ो ना, जे शिव पुराण पढ़ो तो उहदे विच शिव जी नूं श्रोमणी दस्सिया ते ब्रह्मा नूं ते दूजिआं नूं नीवें दस्सिया। ओहदी हजूरी च आउंदे ने बेनती करन। जे विष्णु पुराण पढ़ो तो उहदे विच नायक विष्णु है, शिव नहीं है। क्योंकि जेड़े जेड़े भगतां ने जिस तरह पुराण लिखे, ग्रंथ लिखे, उन्हें अपने देवते नूं वड्डा आख्या, दूजे नूं नीवा आख्या। जिहड़े कृष्ण जी के फॉलोअर ने, उन्होंने मनण वाले ने, उत्ते उन्होंने अवतार मनण वाले ने, वो जिहड़े शब्द उहदे लई वरतदे ने, जो गोवर्धन उन्होंने कहा जाता है, राम नूं नहीं कहा जाएगा। गुरबाणी की वर्डिंग समझनी पएगी। रहाओ की पंक्ति विच माधो क्या माधव, ते इत्थे राजा राम, ये दोवें आपोजिट शब्द ने, एक अवतार लई नहीं वरते जाते। ते गुरु साहब जी की बाणी विच और बाबा रविदास साहब जी की बाणी विच नायक कौन है? सगल भवन के नायका। वो नायक ही माधो है, वो नायक ही राजा राम है, जिहदी हुकूमत सारी कायनात ते और जिहड़ा रमया होया है, रमत राम सब रहो समाए, वो राम। ऐसे रमत राम ते सारी कायनात ते हुक्म चलाउण वाले परमेश्वर वाहिगुरू दी जिसने सेव जानी कि उन्होंने याद नहीं रखिया, उहदा चेता नहीं किया, कह रविदास चमारा मैं चमड़े की किरत करने वाला रविदास आखदा हाँ। समझो ओहदा जन्म नहीं मैं, समझो उस मनुख की इज्जत घटी, समझो उस मनुख की किस्म माड़ी है जिहड़ा परमेश्वर का चेता नहीं करता। और हू बहू बोल महाराज दे आपां रोज़ पढ़ते हैं, खसम विसारै ते कमजात नानक ना मैं बाज सनात। साहिब कृपा करन ये पावन उपदेश साडे जीवन का हिस्सा बने। गुरु महाराज होईयां भुल्लां चुकां दी खिमा बख्शण। आप सबनां दा धन्नवाद। अदब साहिब गुरु फतेह नाल सांझ बनाओ। वाहिगुरू जी का खालसा, वाहिगुरू जी की फतेह।